ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਮੋਹਾਲੀ ਦੇ ਏਡੀਸੀ ਆਸ਼ਿਕਾ ਜੈਨ ਜੀ ਨਾਲ ਗੱਲਬਾਤ ਕਰਾਂਗੇ, ਜੋ ਮੌਜੂਦਾ ਹਾਲਾਤ ਨੇ ਹੈਲਥ ਇਨਫਰਾਸਟ੍ਰਕਚਰ ਦੇ ਡਿਸਟ੍ਰਿਕਟ ਦੇ ਵਿੱਚ ਤੇ ਨਾਲ-ਨਾਲ ਜਿਹੜੇ ਹੋਰ ਕੀ ਜਿਹੜੇ ਅਰੇਂਜਮੈਂਟਸ ਕੀਤੇ ਜਾ ਰਹੇ ਨੇ ਜਿਹੜੇ ਕੋਵਿਡ ਦੀ ਸੈਕੰਡ ਵੇਵ ਦੇ ਚੱਲਦੇ। ਮੈਮ ਸਵਾਗਤ ਹੈ ਜੀ ਪਹਿਲਾਂ। ਥੈਂਕ ਯੂ ਜੀ। ਮੈਮ ਇਹ ਦੱਸੋ ਕਿ ਜਿਹੜੀ ਸੈਕੰਡ ਵੇਵ ਦੇ ਚੱਲਦੇ ਜੋ ਕ੍ਰਾਈਸਿਸ ਦਾ ਮਾਹੌਲ ਬਣਿਆ ਸੀ, ਜਿਸ ਤਰ੍ਹਾਂ ਦੀ ਸਿਚੁਏਸ਼ਨ ਡਿਸਟ੍ਰਿਕਟ ਵਿੱਚ ਪੂਰੇ ਸਟੇਟ ਵਿੱਚ ਵੀ ਚੱਲ ਰਹੀ ਹੈ, ਸੋ ਮੋਹਾਲੀ ਵੱਲੋਂ ਹੈਲਥ ਜਿਹੜਾ ਇਨਫਰਾਸਟ੍ਰਕਚਰ ਹੈਗਾ ਉਹਨੂੰ ਪਿਛਲੇ ਸਾਲ ਨਾਲ ਫਰਸਟ ਵੇਵ 'ਚ ਕਿਉਂਕਿ ਤੋਂ ਲੈ ਕੇ ਸੈਕੰਡ ਵੇਵ ਤੱਕ ਜੋ ਟਾਈਮ ਮਿਲਿਆ, ਸੋ ਉਹਨੂੰ ਬੂਸਟਅਪ ਕਿੰਨਾ ਕੀਤਾ ਗਿਆ, ਕੀ ਕੁਛ ਕੀਤਾ ਜਾ ਰਿਹਾ? ਦੇਖਿਏ, ਇਸ ਦੇ ਵਿੱਚ ਤਾਂ ਮੈਨੂੰ ਖੁਸ਼ੀ ਹੈ ਕਿ ਮੋਹਾਲੀ ਵਿੱਚ ਜਿੰਨੀ ਡਿਵੈਲਪਮੈਂਟ ਹੈਲਥ ਇਨਫਰਾਸਟ੍ਰਕਚਰ ਦੀ ਪਿਛਲੇ 1 ਸਾਲ ਵਿੱਚ ਹੋਈ ਹੈ, ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਜ਼ਿਲ੍ਹੇ ਤੋਂ ਹੈਲਥ ਮਿਨਿਸਟਰ ਸਾਹਿਬ ਖੁਦ ਨੇ, ਉਹਨਾਂ ਦੇ ਕਰਕੇ, ਸਾਰੇ ਮਹਿਕਮੇ ਕਰਕੇ ਅਸੀਂ ਡਿਸਟ੍ਰਿਕਟ ਹਸਪਤਾਲ ਵਿੱਚ ਜਿੱਥੇ ਕਿ 20 ਬੈੱਡ ਚੱਲਦੇ ਸੀ ਪਿਛਲੀ ਵੇਵ ਵਿੱਚ, ਜੇ ਤੁਹਾਨੂੰ ਧਿਆਨ ਹੋਵੇ, ਐਤਕੀ ਅਸੀਂ 120 ਤੋਂ ਵੀ ਉੱਤੇ ਪੇਸ਼ੈਂਟ ਡਿਸਟ੍ਰਿਕਟ ਹਸਪਤਾਲ ਵਿੱਚ ਟਰੀਟ ਕੀਤੇ ਹੈ ਇੱਕ ਟਾਈਮ 'ਤੇ। ਤਾਂ ਉਹਦੀ ਕੈਪੈਸਿਟੀ 20 ਤੋਂ 120 ਕਰ ਦਿੱਤੀ ਗਈ ਹੈ। ਉਸ ਤੋਂ ਇਲਾਵਾ ਮੈਡੀਕਲ ਕਾਲਜ ਦਾ ਵੀ ਬੜਾ ਹੀ ਇੱਕ ਅਪਰੋਪਰੀਏਟ ਸਮਾਂ ਰਿਹਾ ਕਿ ਇਸ ਵੇਲੇ ਮੈਡੀਕਲ ਕਾਲਜ ਦੀ ਵੀ ਕਾਫੀ ਫੈਕਲਟੀ ਨੇ ਜੁਆਇਨ ਕਰਕੇ ਸਾਨੂੰ ਕੋਵਿਡ ਦੇ ਵਿੱਚ ਬੜਾ ਸਾਡਾ ਸਾਥ ਦਿੱਤਾ ਹੈ। ਅਤੇ ਜਿਹੜਾ ਪ੍ਰੀ ਫੈਬ ਸਟਰਕਚਰ ਹੁਣ ਨਵਾਂ ਆ ਰਿਹਾ ਹੈ, ਜਿਹਦੇ ਵਿੱਚ 100 ਬੈਡਡ ਫੈਸਿਲਿਟੀ ਇੱਕ ਮੋਹਾਲੀ ਵਿੱਚ ਹੋਰ ਐਡ ਕੀਤੀ ਜਾਵੇਗੀ, ਉਸ ਵਿੱਚ ਮੈਡੀਕਲ ਕਾਲਜ ਦੀ ਫੈਕਲਟੀ ਦੇ ਰਾਹੀਂ ਅਸੀਂ ਬਹੁਤ ਕੁਛ ਮੈਡੀਕਲ ਅਤੇ ਹੈਲਥ ਦਾ ਮੋਹਾਲੀ ਦੇ ਨਿਵਾਸੀਆਂ ਲਈ ਕਰ ਪਾਵਾਂਗੇ। ਮੈਮ ਤੁਸੀਂ ਗੱਲ ਕੀਤੀ ਕਪੈਸਿਟੀ ਦੀ, ਕਪੈਸਿਟੀ ਲਗਾਤਾਰ ਇਨਕਰੀਜ਼ ਕੀਤੀ ਜਾ ਰਹੀ ਹੈ ਐਡਮਿਨਿਸਟ੍ਰੇਸ਼ਨ ਵੱਲੋਂ, ਪਰ ਮੇਨ ਜਿਹੜੇ ਕੁਐਸਚਨਸ ਉੱਠਦੇ ਨੇ ਕਿ ਕਪੈਸਿਟੀ ਤਾਂ ਵਧਾ ਦਿੱਤੀ ਜਾਂਦੀ ਹੈ, ਪਰ ਜਿਹੜੇ ਵੈਂਟੀਲੇਟਰਸ ਨੇ ਕੋਈ ਵੀ ਇੱਕ ਵੀ ਸਪੈਸ਼ਲੀ ਗਵਰਨਮੈਂਟ ਹਸਪੀਟਲਸ 'ਚ ਗੱਲ ਕਰੀ, ਕੋਈ ਵੀ ਫੰਕਸ਼ਨਲ ਨਹੀਂ ਸੀ ਪਿਛਲੇ ਕਾਫੀ ਟਾਈਮ ਤੋਂ। ਆਈਸੀਯੂ ਬੈਡਸ ਬਹੁਤ ਲਿਮਿਟਿਡ ਨੇ ਤੇ 100% ਆਕਿਊਪਾਈਡ ਹੀ ਰਹਿੰਦੇ ਨੇ। ਸੋ ਉਸ ਮਤਲਬ ਉਸ ਪਾਸੇ ਕੁਛ ਕੀਤਾ ਜਾ ਰਿਹਾ ਹੋਵੇ, ਲਾਈਕ ਕਿ ਉਵੇਂ ਦੀ ਕੋਈ ਜਿਹੜੇ ਸੀਰੀਅਸ ਪੇਸ਼ੈਂਟਸ ਲਈ ਕੁਛ? ਹਾਂਜੀ, ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈ, ਕਿਉਂਕਿ ਸਾਡਾ ਸਿਵਲ ਹਸਪਤਾਲ ਅੰਡਰ ਰੈਨੋਵੇਸ਼ਨ ਸੀਗਾ, ਸਾਡੇ ਕੋਲ L3 ਫੈਸਿਲਿਟੀ ਨਹੀਂ ਹੁੰਦੀ ਸੀ। ਹੁਣ ਮੈਡੀਕਲ ਕਾਲਜ ਕਰਕੇ ਅਸੀਂ ਕੁਛ ਹੱਦ ਤੱਕ L3 ਫੈਸਿਲਿਟੀ ਵੀ ਇੰਟਰੋਡਿਊਸ ਕਰ ਪਾਏ ਹੈ। ਜਿਹੜੇ ਸਾਡੇ ਕੋਲ ਵੈਂਟੀਲੇਟਰ ਪਏ ਸੀ, ਉਹ ਵੀ ਅਸੀਂ ਡਿਪਲੋਏ ਕਰਕੇ ਉਹਨਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਆਫ ਕੋਰਸ ਜਿਹੜਾ ਪਰਮਾਨੈਂਟ ਸਾਡਾ ਅਰੇਂਜਮੈਂਟ ਹੈ, ਉਹ ਤਾਂ ਰਾਜਿੰਦਰਾ ਹਸਪਤਾਲ ਦੇ ਨਾਲ ਹੀ ਚੱਲਦਾ ਹੈ, ਜਿੱਥੇ ਕਿ ਸਾਡਾ ਪਰਮਾਨੈਂਟ ਟਾਈ ਅਪ ਹੈ। ਲੇਕਿਨ ਸ਼ੁਰੂਆਤੀ ਤੌਰ 'ਤੇ ਅਸੀਂ ਇੱਕ L3 ਫੈਸਿਲਿਟੀ ਬਹੁਤ ਹੀ ਜਲਦੀ ਸ਼ੁਰੂ ਕਰਨ ਲੱਗੇ ਹੈ, ਅਤੇ ਜਿਹੜਾ ਪ੍ਰੀ ਫੈਬ ਸਟਰਕਚਰ ਹੈ ਉਸ ਵਿੱਚ ਤਾਂ 10 ਬੈਡਸ ਫॉर ICU ਅਤੇ ਵੈਂਟੀਲੇਟਰ ਉਹ ਡੈਫੀਨੇਟਲੀ ਹੋਣਗੇ। ਮੈਮ ਆਕਸੀਜਨ ਕ੍ਰਾਈਸਿਸ ਚੱਲ ਰਿਹਾ, ਸੋ ਇਹਦੇ ਬਾਰੇ ਥੋੜਾ ਸਟੇਟਸ ਦੱਸੋ, ਕਰੰਟ ਸਟੇਟਸ ਕੀ ਹੈ, ਲਾਈਕ ਕਿੰਨੇ ਆਕਸੀਜਨ ਬੈਡਸ ਇਸ ਟਾਈਮ ਅਵੇਲੇਬਲ ਨੇ ਪੇਸ਼ੈਂਟਸ ਲਈ? ਦੇਖਿਏ, ਆਕਸੀਜਨ ਬੈਡਸ ਵੀ ਉਹਦੀ ਅਵੇਲੇਬਿਲਿਟੀ ਪਿਛਲੇ 1 ਹਫ਼ਤੇ ਵਿੱਚ ਕੁਛ ਹੱਦ ਤੱਕ ਵੱਧ ਗਈ ਹੈ। ਕੁਛ ਆਕਿਊਪੈਂਸੀ ਰੇਟ ਘਟਿਆ ਹੈ, ਜਿਹੜਾ ਸਾਡੇ ਕੋਲ ਦਿੱਲੀ ਅਤੇ ਹੋਰ ਹਰਿਆਣੇ ਦਾ ਜਿਹੜਾ ਬਰਡਨ ਸੀ ਉਹ ਵੀ ਕਾਫੀ ਘਟਾ ਹੈ। ਸਾਡੇ ਪੇਸ਼ੈਂਟ ਤਾਂ ਪੰਜਾਬ ਦੇ ਵੈਸੇ ਵੀ ਇੰਨੇ ਪ੍ਰਭੂ ਦੀ ਮਿਹਰ ਹੈ ਕਿ ਸਾਡੇ ਇੰਨੇ ਹਸਪਤਾਲ ਦੇ ਬੈੱਡ ਪੰਜਾਬ ਦੇ ਪੇਸ਼ੈਂਟਸ ਨੇ ਨਹੀਂ ਆਕਿਊਪਾਈ ਕੀਤੇ ਹੋਏ ਸੀ। ਅੱਜ ਦੀ ਡੇਟ ਵਿੱਚ ਵੀ ਆਰ ਕੁਆਇਟ ਕੰਫਰਟੇਬਲ। ਜੇ ਆਕਸੀਜਨ ਬੈੱਡ ਦੀ ਗੱਲ ਕੀਤੀ ਜਾਵੇ ਤਾਂ ਆਲਮੋਸਟ 50% ਅਵੇਲੇਬਿਲਿਟੀ ਸਾਡੇ ਕੋਲ ਹੈ। ਆਕਸੀਜਨ ਪਲਾਂਟ ਲਾਉਣ ਨੂੰ ਲੈ ਕੇ ਵੀ ਕੋਈ ਬੜਾਵਾ ਦਿੱਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ? ਆਮ ਮਤਲਬ ਕਿਸੇ ਨੂੰ ਵੀ ਕੋਈ ਅੱਗੇ ਆਉਣਾ ਚਾਹੁੰਦਾ ਹੈ, ਕਿਉਂਕਿ ਕਿਹਾ ਜਾ ਰਿਹਾ ਕਿ ਸੈਕਿੰਡ ਵੇਵ ਨੇ ਜੋ ਮਤਲਬ ਹਾਲਾਤ ਬਣਾਏ, ਥਰਡ ਵੇਵ ਵੀ ਆ ਸਕਦੀ ਹੈ, ਸੋ ਥਰਡ ਵੇਵ ਤੋਂ ਪਹਿਲਾਂ ਦੀਆਂ ਕੋਈ ਸਪੈਸ਼ਲ ਤਿਆਰੀਆਂ ਕੀਤੀਆਂ ਜਾ ਰਹੀਆਂ? ਹਾਂਜੀ, ਬਿਲਕੁਲ। ਤੁਸੀਂ 2 ਸਵਾਲ ਪੁੱਛੇ ਹੈ। ਪਹਿਲਾਂ ਮੈਂ PSA ਪਲਾਂਟ ਬਾਰੇ ਦੱਸਣਾ ਚਾਹਾਂਗੀ ਕਿ ਸਰਕਾਰ ਵੱਲੋਂ ਵੱਖ-ਵੱਖ ਥਾਵਾਂ 'ਤੇ PSA ਪਲਾਂਟਸ ਅਲੋਟ ਕੀਤੇ ਗਏ ਹੈ, DRDO ਦੇ ਰਾਹੀਂ ਅਤੇ NHAI ਦੇ ਰਾਹੀਂ ਉਹਦੀ ਇੰਸਟਾਲੇਸ਼ਨ ਕੀਤੀ ਜਾ ਰਹੀ ਹੈ। ਉਸ ਤੋਂ ਇਲਾਵਾ ਮੋਹਾਲੀ ਵਿੱਚ CSR ਦੇ ਰਾਹੀਂ ਸਾਨੂੰ 3 45 LPM ਦੇ ਪਲਾਂਟ ਆਲਰੇਡੀ ਉਪਲਬਧ ਹੋ ਕੇ ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ ਵਾਲੀ ਬਿਲਡਿੰਗ ਵਿੱਚ ਆਲਰੇਡੀ ਇੰਸਟਾਲ ਹੋ ਚੁੱਕੇ ਨੇ, ਜਿਹਦੇ ਕਰਕੇ ਸਾਡੀ ਆਕਸੀਜਨ ਸਿਲਿੰਡਰ 'ਤੇ ਜਿਹੜੀ ਡਿਪੈਂਡੇਬਿਲਿਟੀ ਹੈ ਉਹ ਘੱਟ ਗਈ ਹੈ। ਉਸ ਤੋਂ ਇਲਾਵਾ 2 ਹੋਰ 45 LPM ਦੇ ਪਲਾਂਟ ਸਾਡੇ ਕੋਲ ਰਿਸੀਵ ਹੋ ਚੁੱਕੇ ਨੇ, ਉਹਨਾਂ ਦੀ ਇੰਸਟਾਲੇਸ਼ਨ ਅੱਜ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 1000 LPM ਦਾ ਇੱਕ ਪਲਾਂਟ ਕ੍ਰੇਡਾਈ ਵੱਲੋਂ ਸਪੋਂਸਰ ਕੀਤਾ ਗਿਆ ਹੈ, ਜਿਹਦਾ ਆਰਡਰ ਦਿੱਤਾ ਜਾ ਚੁੱਕਿਆ ਹੈ। ਉਹਦੀ ਵੀ ਡਿਲੀਵਰੀ ਅਸੀਂ ਬਹੁਤ ਛੇਤੀ
ਐਕਸਪੈਕਟ ਕਰ ਰਹੇ ਹਾਂ। ਸਰਕਾਰ ਵੱਲੋਂ ਜਿਹੜੇ ਪੀਐਸਏ ਪਲਾਂਟਸ ਪ੍ਰਪੋਜ਼ ਸੀਗੇ, ਉਹਨਾਂ ਦੀ ਅਲੋਟਮੈਂਟ ਸਟੇਟ ਗਵਰਨਮੈਂਟ ਵੱਲੋਂ ਕੀਤੀ ਜਾ ਰਹੀ ਹੈ, ਜਿਵੇਂ ਕਿ ਪਹਿਲੇ ਫੇਜ਼ ਵਿੱਚ ਕੁਝ ਹੋਰ ਜ਼ਿਲ੍ਹਿਆਂ ਵਿੱਚ ਉਹਦੀ ਇੰਸਟਾਲੇਸ਼ਨ ਕੀਤੀ ਜਾ ਰਹੀ ਹੈ। ਹੁਣ ਜਿਵੇਂ ਸਾਡੀ ਮੁਹਾਲੀ ਦੀ ਫਰਦਰ ਅਲੋਟਮੈਂਟ ਹੁੰਦੀ ਹੈ, ਤਾਂ ਪੀਐਸਏ ਪਲਾਂਟ ਦਾ ਵੀ ਸਾਡਾ ਪੱਕਾ ਹੈ ਕਿ ਇੱਥੇ ਇੱਕ ਹੋਰ 1000 ਐਲਪੀਐਮ ਦਾ ਪਲਾਂਟ ਆਉਣਾ ਹੈ। ਇਸ ਤੋਂ ਇਲਾਵਾ ਤੁਸੀਂ ਗੱਲ ਕੀਤੀ ਥਰਡ ਵੇਵ ਦੀ। ਥਰਡ ਵੇਵ ਵਿੱਚ ਤੁਸੀਂ ਪੜ੍ਹਿਆ ਹੋਣਾ ਹੈ, ਦੇਖਿਆ ਹੋਣਾ ਹੈ ਕਿ ਐਕਸਪਰਟਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਿੰਡਾਂ ਵਿੱਚ ਖਾਸ ਤੌਰ 'ਤੇ ਸਾਨੂੰ ਇਹਤਿਆਤ ਵਰਤਣ ਦੀ ਲੋੜ ਹੈ ਅਤੇ ਪ੍ਰੀਕਾਸ਼ਨਸ ਲੈਣ ਦੀ ਲੋੜ ਹੈ। ਇਸ ਲਈ ਜਿਵੇਂ ਕਿ ਤੁਸੀਂ ਜਾਣਦੇ ਹੋ, ਮਾਨਯੋਗ ਮੁੱਖ ਮੰਤਰੀ ਜੀ ਨੇ ਆਲਰੇਡੀ ਇੱਕ ਕਰੋਨਾ ਮੁਕਤ ਪਿੰਡ ਅਭਿਆਨ ਅਨਾਊਂਸ ਕੀਤਾ ਹੈ, ਜਿਹਦੇ ਤਹਿਤ ਜਿਹੜੇ ਪਿੰਡ ਪੰਚਾਇਤਾਂ ਜਿਹੜੀ ਆਪਣੀ 100% ਵੈਕਸੀਨੇਸ਼ਨ ਕਰਾਉਂਦੀ ਹੈ, ਉਹਨਾਂ ਨੂੰ 10 ਲੱਖ ਰੁਪਏ ਦੀ ਗ੍ਰਾਂਟ ਘੋਸ਼ਿਤ ਕੀਤੀ ਗਈ ਹੈ। ਸਾਡੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੂਰਲ ਡਿਵੈਲਪਮੈਂਟ ਵਿਭਾਗ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਸਕੀਮ ਬਾਰੇ ਸਾਰੀ ਪੰਚਾਇਤਾਂ ਨੂੰ ਦੱਸਿਆ ਜਾਵੇ, ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਛੇਤੀ ਤੋਂ ਛੇਤੀ ਸਾਡੀ ਸਾਰੀ ਪੰਚਾਇਤਾਂ 100% ਵੈਕਸੀਨੇਟਿਡ ਹੋਣ। ਇਸ ਵਿੱਚ ਕਾਫੀ ਪੰਚਾਇਤਾਂ ਅੱਗੇ ਆ ਕੇ ਉਹਨਾਂ ਨੇ ਕਦਮ ਵੀ ਲਿੱਤੇ ਹੈ ਕਿ ਅਸੀਂ 100% ਵੈਕਸੀਨੇਟ ਹੋਈਏ। ਜਿਵੇਂ ਕਿ ਤੁਸੀਂ ਜਾਣਦੇ ਹੋ, ਮਸੌਲ ਪਿੰਡ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਅਡੋਪਟ ਕੀਤਾ ਹੈ ਅਤੇ ਹੋਰ ਬਹੁਤ ਸਾਰੇ ਸਪੋਂਸਰਸ ਪ੍ਰਾਈਵੇਟ ਵੀ ਸਾਡੇ ਕੋਲ ਆ ਰਹੇ ਨੇ। ਤੁਹਾਡੇ ਰਾਹੀਂ ਮੈਂ ਹੋਰ ਅਪੀਲ ਕਰਦੀ ਹਾਂ ਕਾਰਪੋਰੇਟ ਪਾਰਟਨਰਸ ਨੂੰ, ਡੋਨਰਸ ਨੂੰ, ਮੈਂ ਫੜ ਲਾਂ ਜੇ ਕਿ ਉਹ ਅੱਗੇ ਆ ਕੇ ਪਿੰਡ ਅਡੋਪਟ ਕਰਨ ਤਾਂ ਕਿ ਅਸੀਂ ਥਰਡ ਵੇਵ ਤੋਂ ਬਚ ਸਕੀਏ। ਇਸ ਦੇ ਨਾਲ ਹੀ ਇੱਕ ਹੋਰ ਨਵਾਂ ਉਪਰਾਲਾ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਪ੍ਰੈਗਨੈਂਟ ਲੇਡੀਜ਼ ਇਨ ਰੂਰਲ ਏਰੀਆ ਸਪੈਸ਼ਲੀ, ਜਿਨ੍ਹਾਂ ਨੂੰ ਐਕਸਟਰਾ ਕੇਅਰ ਦੀ ਲੋੜ ਹੈ, ਜਿਹੜੇ ਕਿ ਸਟੈਂਡਰਡ ਜਿਹੜੇ ਡਰੱਗਸ ਹੋਮ ਆਈਸੋਲੇਟਿਡ ਪੇਸ਼ੈਂਟਸ ਵਾਸਤੇ ਪ੍ਰਿਸਕ੍ਰਾਈਬਡ ਹੈਗੇ ਨੇ, ਉਹ ਨਹੀਂ ਲੈ ਸਕਦੇ ਐਜ਼ ਪਰ ਮੈਡੀਕਲ ਓਪੀਨੀਅਨ। ਉਹਨਾਂ ਦੀ ਸੈਪਰੇਟਲੀ ਇੱਕ ਆਈਡੈਂਟੀਫਿਕੇਸ਼ਨ ਕੀਤੀ ਜਾ ਰਹੀ ਹੈ। ਪਿੰਡਾਂ ਵਿੱਚ ਇਹਦੀ ਜ਼ਿਆਦਾ ਲੋੜ ਪੈਂਦੀ ਹੈ, ਕਿਉਂਕਿ ਇਹ ਇਨਸ਼ੋਰ ਕਰਨ ਲਈ ਕਿ ਸਾਰਿਆਂ ਨੂੰ ਪੂਰੀ ਜਾਣਕਾਰੀ ਹੋਵੇ। ਅਤੇ ਇੱਕ ਹੈਜ਼ੀਟੈਂਸੀ ਵੀ ਦੇਖਣ ਵਿੱਚ ਆਈ ਸੀ ਕਿ ਪਿੰਡ ਤੋਂ ਵਿਅਕਤੀ ਦੇਰ ਕਰਕੇ ਹਸਪਤਾਲ ਵਿੱਚ ਆਉਂਦਾ ਹੈ। ਪਹਿਲਾਂ ਉਹ ਕੋਸ਼ਿਸ਼ ਕਰਦੇ ਹੈ ਕਿ ਘਰੇ ਠੀਕ ਹੋ ਜਾਣ, ਜੇ ਨਹੀਂ ਹੁੰਦੇ ਫਿਰ ਬਾਅਦ 'ਚੋਂ ਮੈਡੀਕਲ ਫੈਸਿਲਿਟੀ ਵਿੱਚ ਆਉਂਦੇ ਹੈ। ਤਾਂ ਇਸ ਕਰਕੇ ਵੀ ਸਾਡਾ ਸਾਰਾ ਵਿਮਨ ਐਂਡ ਚਾਈਲਡ ਮਹਿਕਮਾ, ਹੈਲਥ ਡਿਪਾਰਟਮੈਂਟ, CHOs ਜਿਹੜੇ ਕਮਿਊਨਿਟੀ ਹੈਲਥ ਆਫਿਸਰਸ ਹੁੰਦੇ ਨੇ, ਉਹਨਾਂ ਨੂੰ ਸਾਰਿਆਂ ਨੂੰ ਪ੍ਰਿਪੇਅਰ ਕੀਤਾ ਗਿਆ ਹੈ ਕਿ ਉਹ ਪਿੰਡ ਜਾ ਕੇ ਜਾਗਰੂਕਤਾ ਵਧਾਉਣ, ਤਾਂ ਕਿ ਜੇ ਕੋਈ ਕੇਸ ਹੁੰਦਾ ਹੈ ਤਾਂ ਸਮੇਂ ਸਿਰ ਆਈਡੈਂਟੀਫਾਈ ਹੋ ਕੇ ਉਹਨਾਂ ਦਾ ਟਰੀਟਮੈਂਟ ਕੀਤਾ ਜਾਵੇ ਅਤੇ ਜਿਹੜੇ ਵਲਨਰੇਬਲ ਲੋਕੀ ਨੇ ਉਹਨਾਂ ਨੂੰ ਖਾਸ ਤੌਰ 'ਤੇ ਪਹਿਲ ਦੇ ਆਧਾਰ 'ਤੇ ਟਰੀਟਮੈਂਟ ਕੀਤਾ ਜਾਵੇ। ਮੈਮ, ਵੈਕਸੀਨੇਸ਼ਨ ਦੀ ਤੁਸੀਂ ਗੱਲ ਕਰ ਰਹੇ ਸੀ। ਪਿਛਲੇ ਕਾਫੀ ਸਮੇਂ ਤੋਂ ਮੋਹਾਲੀ ਸਟੇਟ ਦੇ ਵਿੱਚ ਟੌਪ 'ਤੇ ਚੱਲ ਰਿਹਾ ਵੈਕਸੀਨੇਸ਼ਨ ਦੇ ਵਿੱਚ। ਸੋ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ, ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਅਤੇ ਹੁਣ ਅਗਲੇ ਵੈਕਸੀਨੇਸ਼ਨ ਨੂੰ ਲੈ ਕੇ ਕੀ ਅਰੇਂਜਮੈਂਟਸ ਨੇ? ਕਿ ਜਿਹੜਾ, ਕਿਉਂਕਿ ਸਟਾਕ ਦੀ ਬੜੀ ਇੱਕ ਪ੍ਰੋਬਲਮ ਆ ਰਹੀ ਸੀ, ਪਿਛਲੇ ਦਿਨੀਂ ਦੇਖਿਆ ਗਿਆ ਸਟਾਕ ਘੱਟ ਸੀ, ਲੋਕਾਂ ਨੂੰ ਖੱਜਲ ਖੁਆਰੀ ਹੋਈ। ਇਹਦੇ ਨਾਲ ਜਿਹੜਾ ਇੱਕ ਮੋਹਾਲੀ ਦੇ ਵਿੱਚ ਸ਼ੁਰੂਆਤ ਹੋਈ ਸੀ ਡਰਾਈਵ ਥਰੂ ਵੈਕਸੀਨੇਸ਼ਨ ਦੀ, ਉਹਨੂੰ ਲੋਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ ਸੀ, ਲੇਕਿਨ 2-3 ਦਿਨ ਚੱਲਣ ਤੋਂ ਬਾਅਦ ਓਪਰੇਸ਼ਨਲ ਰਿਹਾ, ਫਿਰ ਉਹ ਬੰਦ ਹੋ ਗਿਆ। ਸੋ ਹੁਣ ਸਟਾਕ ਜਿਹੜਾ ਹੈਗਾ ਉਹ ਪੂਰਾ ਜਿਹੜਾ ਹੈਗਾ ਮਿਲਦਾ ਰਹੇ, ਇਹਦੇ ਲਈ ਕੋਈ ਖਾਸ ਅਪੀਲ ਕੀਤੀ ਜਾ ਰਹੀ ਹੈ? ਕਿਵੇਂ ਦਾ ਕੋਆਪਰੇਸ਼ਨ ਮਿਲ ਰਿਹਾ ਸੈਂਟਰ ਤੋਂ ਅਤੇ ਸਟੇਟ ਤੋਂ? ਦੇਖੀਏ, ਵੈਕਸੀਨੇਸ਼ਨ 'ਤੇ ਸਾਡਾ ਸ਼ੁਰੂਆਤ ਤੋਂ ਹੀ ਬੜਾ ਖਾਸ ਜ਼ੋਰ ਰਿਹਾ ਹੈ, ਕਿਉਂਕਿ ਐਕਸਪਰਟਸ ਦਾ ਕਹਿਣਾ ਹੈ ਕਿ ਇੱਕ ਮਾਤਰ ਤਰੀਕਾ ਹੈ ਕਰੋਨਾ ਤੋਂ ਬਚਣ ਦਾ। ਤਾਂ ਮੋਹਾਲੀ ਵਿੱਚ ਅਸੀਂ, ਜਿਵੇਂ ਕਿ ਤੁਸੀਂ ਦੱਸਿਆ ਹੈ, ਡਰਾਈਵ ਥਰੂ ਵੈਕਸੀਨੇਸ਼ਨ ਵੀ ਸ਼ੁਰੂ ਕੀਤੀ ਹੈ। ਉਹ ਡੇ ਟੂ ਡੇ ਡਿਪੈਂਡ ਕਰਦਾ ਹੈ ਕਿ ਜਦੋਂ ਸਾਡੇ ਕੋਲ ਸਟਾਕ ਹੁੰਦਾ ਹੈ ਉਦੋਂ ਦੋਨੋਂ ਸੈਂਟਰ ਚੱਲਦੇ ਹੈ, ਜਦੋਂ ਨਹੀਂ ਹੁੰਦਾ ਇੱਕ ਸੈਂਟਰ ਚੱਲਦਾ ਹੈ। ਉਹ ਅਸੀਂ ਬਕਾਇਦਾ ਉਹ ਪਬਲਿਸ਼ ਕਰਦੇ ਰਹਿੰਦੇ ਹੈ। ਇਸ ਤੋਂ ਇਲਾਵਾ ਸਟਾਕ ਦੀ ਅਵੇਲੇਬਿਲਿਟੀ ਵੇਰੀ ਕਰਦੀ ਹੈ। ਪੰਜਾਬ ਸਰਕਾਰ ਨੇ ਆਰਡਰਸ ਦਿੱਤੇ ਹੋਏ ਹੈ। ਸਾਨੂੰ ਇਹ ਜਾਣਕਾਰੀ ਹੈ ਕਿ 26 ਤਰੀਕ ਤੱਕ ਸਾਡੇ ਕੋਲ ਪੇਡ ਵੈਕਸੀਨ ਜਿਹੜੀ ਪੰਜਾਬ ਸਰਕਾਰ ਨੇ ਜਾਂ ਬਹੁਤ ਸਾਰੇ ਸਾਡੇ CSR ਪਾਰਟਨਰਸ ਨੇ ਜਿਹੜਾ ਸਪੋਂਸਰ ਕੀਤਾ ਹੈ, ਉਹ ਵੈਕਸੀਨ ਵੀ ਸਾਡੇ ਕੋਲ ਉਪਲਬਧ ਹੋ ਜਾਏਗੀ। ਉਸ ਤੋਂ ਇਲਾਵਾ ਜਿਹੜੀ ਭਾਰਤ ਸਰਕਾਰ ਵੱਲੋਂ 45 ਸਾਲ ਤੋਂ ਉੱਤੇ ਦੀ ਵੈਕਸੀਨ ਕੋਵੀਸ਼ੀਲਡ ਆਉਂਦੀ ਹੈ, ਉਹਦੀ ਵੀ ਸਪਲਾਈ 2 ਦਿਨ 3 ਦਿਨ ਛੱਡ ਕੇ ਸਪਲਾਈ ਆ ਜਾਂਦੀ ਹੈ। ਕੋਈ ਮੇਜਰ
ਇਸ ਵੇਲੇ ਇਹ ਨਹੀਂ ਹੈ ਕਿ ਵੈਕਸੀਨ ਦੇ ਆਪਰੇਸ਼ਨ ਰੁਕੇ ਹੋਏ ਹੈ, ਲੇਕਿਨ ਜੇ ਹੋਰ ਸਪਲਾਈ ਉਪਲਬਧ ਹੋ ਸਕੇ ਤਾਂ ਅਸੀਂ ਹੋਰ ਟੀਮਾਂ ਲਗਾ ਕੇ ਆਪਣੇ ਪੂਰੇ ਮਿਸ਼ਨ ਮੋਡ ਪਰ ਇਸ ਕਾਰਵਾਈ ਨੂੰ ਕਰ ਸਕਾਂਗੇ। ਮੈਮ ਵੈਕਸੀਨੇਸ਼ਨ ਦਾ ਇੱਕ ਤਾਂ ਸਟੇਟਸ ਵੀ ਦੱਸੋ ਕੀ ਹੈ, ਲਗਭਗ ਕਿੰਨੇ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ? ਤੇ ਇੱਕ ਜਿਹੜੇ ਬਹੁਤ ਲੋਕਾਂ ਨੇ ਸਪਾਂਸਰ ਵੀ ਕੀਤਾ, ਜਿਵੇਂ ਤੁਸੀਂ ਦੱਸ ਰਹੇ ਸੀ, ਕੋਈ ਜਿਹੜੇ ਪਿੰਡਾਂ ਨੂੰ ਪ੍ਰਸ਼ਾਸਨ ਨੇ ਅਡਾਪਟ ਕੀਤਾ ਹੈਗਾ, ਸੋ ਬਹੁਤ ਲੋਕ ਸਪਾਂਸਰ ਵੀ ਕਰ ਰਹੇ ਨੇ ਉੱਥੋਂ ਦੀ ਵੈਕਸੀਨ ਨੂੰ, ਸੋ ਉਹ ਕਿਹੜੇ-ਕਿਹੜੇ ਪਿੰਡ ਨੇ ਤੇ ਸਟੇਟਸ ਵੀ ਥੋੜਾ ਵੈਕਸੀਨ ਦਾ ਦੱਸੋ? ਹਾਂਜੀ। ਮੋਹਾਲੀ ਜ਼ਿਲ੍ਹੇ ਵਿੱਚ ਤਕਰੀਬਨ ਅਜੇ ਤੱਕ ਆਲਮੋਸਟ 4 ਲੱਖ ਲੋਕਾਂ ਨੂੰ 3,98,000 ਟੂ ਬੀ ਪ੍ਰੀਸਾਈਜ਼ ਲੋਕਾਂ ਨੂੰ ਫਰਸਟ ਡੋਜ਼ ਲਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਆਲਮੋਸਟ 50 ਤੋਂ 60,000 ਜਾਂ 75,000 ਸੈਕਿੰਡ ਡੋਜ਼ ਲਾਈ ਜਾ ਚੁੱਕੀ ਹੈ। ਜਿੱਥੇ ਤੱਕ ਪਿੰਡਾਂ ਦਾ ਸਵਾਲ ਹੈ, ਜ਼ਿਲ੍ਹਾ ਪ੍ਰਸ਼ਾਸਨ ਦੇ ਕੁਝ ਅਫਸਰਾਨ ਵੱਲੋਂ ਮਸੌਲ ਪਿੰਡ ਜਿਹੜਾ ਕਿ ਮਾਜਰੀ ਤਹਿਸੀਲ ਵਿੱਚ ਪੈਂਦਾ ਹੈ ਉਹਨੂੰ ਅਡੋਪਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਸੂਲਪੁਰ ਪੰਚਾਇਤ ਹੈ, ਉਹ ਵੀ ਮਾਜਰੀ ਵਿੱਚ ਪੈਂਦੀ ਹੈ। ਉੱਥੇ ਵੀ ਇੱਕ ਸਪੋਂਸਰ ਸਾਡੇ ਕੋਲ ਆਏ ਨੇ। ਹੋਰ ਸਪੋਂਸਰਸ ਨੇ ਆਪਦੀ ਵਿਲਿੰਗਨੈਸ ਦਿੱਤੀ ਹੈ, ਕੁਛਾਂ ਨੇ ਪੈਸੇ ਵੀ ਜਮ੍ਹਾਂ ਕਰਾਏ ਹੈ, ਉਹਨਾਂ ਨੂੰ ਪਿੰਡ ਅਲੋਟ ਕੀਤੇ ਜਾ ਰਹੇ ਹੈ। ਉਹਨਾਂ ਦੀ ਜਿੰਨੀ ਕੈਪੈਸਿਟੀ ਹੈ, ਜਿੰਨਾ ਉਹ ਕਰਨਾ ਚਾਹੁੰਦੇ ਹੈ, ਉਹਦੀ ਹਿਸਾਬ ਨਾਲ ਜਿਸ ਪਿੰਡ ਦੀ ਤਾਦਾਦ 100 200 300 400 ਜਿੰਨਾ ਸਪੋਂਸਰ ਨਾਲ ਮੈਚ ਕਰਦਾ ਹੈ, ਉਹਦੇ ਹਿਸਾਬ ਨਾਲ ਟਾਂਡਾ ਪੰਚਾਇਤ ਹੈ, ਇੱਥੇ ਸਰਸੀਨੀ ਪੰਚਾਇਤ ਹੈ ਡੇਰਾ ਬਸੀ ਵਿੱਚ। ਬਹੁਤ ਸਾਰੀ ਪੰਚਾਇਤਾਂ ਇਸ ਵਿੱਚ ਸਾਡਾ ਸਾਥ ਵੀ ਦੇ ਰਹੇ ਨੇ ਤੇ ਇਸ ਦੀ ਮਹੱਤਤਾ ਵੀ ਸਮਝ ਰਹੇ ਨੇ। ਮੈਮ ਹੌਸਪੀਟਲਸ ਦਾ ਜਿਹੜਾ, ਕਿਉਂਕਿ ਇਸ ਟਾਈਮ ਕਰੂਸ਼ੀਅਲ ਰੋਲ ਹੈ ਸਭ ਤੋਂ ਜ਼ਿਆਦਾ, ਜਿਸ ਤਰੀਕੇ ਦੇ ਹਾਲਾਤ ਨੇ, ਹਾਲਾਂਕਿ ਸਖਤੀ ਵੀ ਲਗਾਤਾਰ ਕੀਤੀ ਜਾਂਦੀ ਹੈ ਐਡਮਿਨਿਸਟ੍ਰੇਸ਼ਨ ਵੱਲੋਂ, ਪਰ ਸਟਿਲ ਚਾਹੇ ਗਵਰਨਮੈਂਟ ਹੌਸਪੀਟਲਸ ਹੋਣ ਜਾਂ ਪ੍ਰਾਈਵੇਟ ਹੋਣ, ਦੇਖਣ ਨੂੰ ਮਿਲ ਰਿਹਾ ਕੁਛ ਲਾਈਕ ਪਿਛਲੇ ਦਿਨੀ ਸਿਵਲ ਹੌਸਪੀਟਲ 'ਚ ਦੇਖਿਆ ਗਿਆ ਜਿਹੜਾ ਆਕਸੀਜਨ ਦੀ ਬਲੈਕ ਮਾਰਕੀਟਿੰਗ ਕਰ ਰਿਹਾ ਸੀ ਬੰਦਾ, ਉਹ ਫੜਿਆ ਗਿਆ। ਜਾਂ ਪ੍ਰਾਈਵੇਟ ਦੀ ਜੇ ਗੱਲ ਕਰੀਏ ਕਿ ਇਸ ਤਰੀਕੇ ਨਾਲ ਪਿਛਲੇ ਦਿਨੀ ਮਾਇਓ ਹੌਸਪੀਟਲ ਜਿਹੜਾ ਹੈਗਾ, ਉੱਥੇ ਮਿਸ ਐਪਰੋਪ੍ਰੀਏਟ ਸਪਲਾਈ ਹੋ ਰਹੀ ਸੀਗੀ ਜਿਹੜੀ ਰੈਮਡੀਸਿਵਰ ਇੰਜੈਕਸ਼ਨ ਦੀ। ਨਿਊ ਲਾਈਫਲਾਈਨ ਹੌਸਪੀਟਲ ਜ਼ੀਰਕਪੁਰ 'ਤੇ ਵੀ ਪਰਚਾ ਦਰਜ ਹੋਇਆ ਓਵਰ ਚਾਰਜਿੰਗ ਨੂੰ ਲੈ ਕੇ। ਸੋ ਇਸ ਤਰੀਕੇ ਦੇ ਲਗਾਤਾਰ ਜਿਹੜੇ ਦੇਖਣ ਨੂੰ ਮਿਲ ਰਹੇ ਆ, ਸੋ ਕੀ ਸਟੈਪਸ ਚੱਕੇ ਜਾ ਰਹੇ ਨੇ ਕਿ ਇਸ ਕ੍ਰਾਈਸਿਸ ਦੇ ਚੱਲਦੇ ਲੋਕਾਂ ਨੂੰ ਜਿਹੜੀ ਹੈ ਉਹ ਪ੍ਰੋਬਲਮਸ ਨਾ ਆਉਣ? ਦੇਖੀਏ, ਜਿਵੇਂ ਕਿ ਤੁਸੀਂ ਆਪ ਦੱਸਿਆ ਹੈ, ਜਿਵੇਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਅਜਿਹੀ ਲੀਕੇਜ ਆਕਸੀਜਨ ਦੀ ਸਿਵਲ ਹਸਪਤਾਲ ਤੋਂ ਹੋ ਰਹੀ ਹੈ, ਅਸੀਂ ਇੱਕ ਡੀਕੋਏ ਪੇਸ਼ੈਂਟ ਕਸਟਮਰ ਭੇਜ ਕੇ ਅਸੀਂ ਆਪਰੇਸ਼ਨ ਕਰਾ ਕੇ, ਔਰ ਮੋਹਾਲੀ ਪੁਲਿਸ ਵੱਲੋਂ ਬੜਾ ਸ਼ਲਾਘਾਯੋਗ ਕੰਮ ਕੀਤਾ ਗਿਆ ਤੇ ਉਸ ਵਿਅਕਤੀ ਨੂੰ ਫੜਿਆ ਗਿਆ, ਉਸ 'ਤੇ ਕ੍ਰਿਮੀਨਲ ਪ੍ਰੋਸੀਡਿੰਗਸ ਸ਼ੁਰੂ ਕੀਤੀਆਂ ਗਈਆਂ ਨੇ। ਸਿਮਿਲਰਲੀ ਨਿਊ ਲਾਈਫਲਾਈਨ ਦੇ ਵਿੱਚ ਵੀ ਇੱਕ ਐਗਜ਼ਾਮਪਲ ਹੀ ਮੋਹਾਲੀ ਵਿੱਚ ਸੈੱਟ ਕੀਤਾ ਗਿਆ ਹੈ ਕਿ ਪ੍ਰਾਈਵੇਟ ਹਸਪਤਾਲ ਦੇ ਕਿ ਕੋਈ ਗਲਤ ਜਿਹੜਾ ਟਰੀਟਮੈਂਟ ਪੇਸ਼ੈਂਟ ਦਾ ਉਹਦੇ 'ਤੇ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਪੋਲਿਸੀ ਅਸੀਂ ਅਡੋਪਟ ਕੀਤੀ ਹੋਈ ਹੈ। ਸਾਡੀ FIR ਦੇ ਬੇਸਿਸ 'ਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਹੁਣ ਕਾਰਵਾਈ ਹੋ ਰਹੀ ਹੈ। ਇੱਕ ਇਹ ਜ਼ਰੂਰ ਹੈ, ਮੇਰੀ ਅਪੀਲ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਇਹੀ ਹੈ ਕਿ ਆਲਰੇਡੀ ਜਿਹੜੇ ਰੇਟ ਨੇ ਉਹ ਵੀ ਪ੍ਰਿਸਕ੍ਰਾਈਬਡ ਹੈ, ਮੈਡੀਕਲ ਪ੍ਰੋਟੋਕੋਲ ਬੜਾ ਸੈੱਟ ਹੈ ਕੋਵਿਡ ਦਾ, ਜਿਵੇਂ ਕਿ ਸਾਡੇ ਸਟੇਟ ਹੈਲਥ ਐਡਵਾਈਜ਼ਰ ਦੱਸਦੇ ਹੈ ਕਿ WHO ਵੱਲੋਂ ICMR ਵੱਲੋਂ ਜਿਹੜਾ ਪ੍ਰੋਟੋਕੋਲ ਦਿੱਤਾ ਹੋਇਆ ਹੈ, ਜਿਹੜੀ ਕੇਅਰ ਦੀ ਗਾਈਡਲਾਈਨਸ ਮੈਡੀਕਲ ਐਸੋਸੀਏਸ਼ਨ ਵੱਲੋਂ ਨਿਰਧਾਰਿਤ ਕੀਤੀ ਹੋਈ ਹੈ, ਉਸ ਦੀ ਪਾਲਣਾ ਕਰਨਾ ਤਾਂ ਬਹੁਤ ਜ਼ਰੂਰੀ ਹੈ। ਜੇ ਐਪੀਡੈਮਿਕਸ ਐਕਟ ਜਾਂ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਕਿਸੇ ਵੀ ਪਾਸੇ, ਭਾਵੇਂ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹੋਵੇ, ਕੋਈ ਵੀ ਉਲੰਘਣਾ ਪਾਈ ਜਾਂਦੀ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਨੋਡਲ ਅਫਸਰ ਸਾਡੇ ਸਾਰੇ ਹੁਣ ਪ੍ਰਾਈਵੇਟ ਹਸਪਤਾਲਾਂ ਵਿੱਚ ਪਹਿਲਾਂ ਤੋਂ ਲੱਗੇ ਹੋਏ ਨੇ। ਹੁਣ ਉਹਨਾਂ ਨੂੰ ਵੀ ਬਰੀਫ ਚੰਗੀ ਤਰ੍ਹਾਂ ਕੀਤਾ ਗਿਆ ਹੈ ਕਿ ਕੀ ਕੁਝ ਉਹਨਾਂ ਨੂੰ ਦੇਖ ਕੇ ਧਿਆਨ ਰੱਖਣਾ ਹੈ ਤੇ ਕਿਵੇਂ ਐਜ਼ ਗ੍ਰੀਵੈਂਸ ਰਿਡਰੈਸਲ ਆਫਿਸਰਸ ਐਕਟ ਕਰਨਾ ਹੈ। ਜੇ ਕੋਈ ਵੀ ਪੇਸ਼ੈਂਟ ਜਾਂ ਅਟੈਂਡੈਂਟ ਉਹਨਾਂ ਨੂੰ ਕੰਪਲੇਂਟ ਕਰਦਾ ਹੈ ਤਾਂ ਕਿਵੇਂ ਉਹਦਾ ਨਿਪਟਾਰਾ ਕਰਨਾ ਹੈ ਤੇ ਕਦੋਂ ਉਹਨੂੰ ਐਸਕੇਲੇਟ ਕਰਨਾ ਹੈ ਜੇ ਉਹਨਾਂ ਦੇ ਪੱਧਰ 'ਤੇ ਉਹਦਾ ਨਿਪਟਾਰਾ ਸੰਭਵ ਨਾ ਹੋਵੇ। ਇੱਕ ਲੋਕਡਾਊਨ ਦਾ ਜਿਹੜਾ ਬੜਾ ਅੱਜ ਕੱਲ੍ਹ ਚੱਲ ਰਿਹਾ ਹੈਗਾ ਲੋਕਾਂ ਨੂੰ, ਕਿ ਲੋਕਡਾਊਨ ਲਗਾਇਆ ਗਿਆ ਸੀ, ਰੈਸਟ੍ਰਿਕਸ਼ਨਸ ਲੱਗੀਆਂ ਸੀ, ਹਾਲਾਂਕਿ ਟਰੇਡਰਸ ਦਾ ਵਿਰੋਧ ਦੇਖਣ ਤੋਂ ਬਾਅਦ ਕਾਫੀ ਹੱਦ ਤੱਕ ਜਿਹੜਾ ਈਜ਼ ਕਰ ਦਿੱਤੀਆਂ ਰਿਲੈਕਸੇਸ਼ਨਸ ਵੀ ਐਡਮਿਨਿਸਟ੍ਰੇਸ਼ਨ ਵੱਲੋਂ। ਸੋ ਹੁਣ ਆਉਣ ਵਾਲੇ ਦਿਨਾਂ 'ਚ ਕੀ ਹੋ ਸਕਦਾ? ਕੁਛ ਹੋਰ ਇਹ ਸਖਤੀ ਵਧੇਗੀ ਜਾਂ ਥੋੜ੍ਹਾ ਰਿਲੈਕਸੇਸ਼ਨ ਮਿਲ ਸਕਦੀਆਂ ਨੇ ਇਹਦੇ ਵਿੱਚ? ਦੇਖੀਏ, ਜਿਵੇਂ ਹਰਿਆਣਾ ਵਿੱਚ ਤਾਂ ਹੁਣ ਤੁਸੀਂ ਵੇਖਿਆ ਹੀ ਹੈ, ਕੱਲ੍ਹ ਔਡ ਈਵਨ ਬੇਸਿਸ 'ਤੇ ਦੁਕਾਨਾਂ ਨੂੰ ਖੋਲ੍ਹਿਆ ਗਿਆ ਹੈ ਕੁਝ ਸਮਾਂ ਲਈ।
ਪੰਜਾਬ ਦਾ ਪਹਿਲਾਂ ਹੀ ਪ੍ਰੋ ਟਰੇਡਰ ਸਟੈਂਡ ਸੀਗਾ। ਅਸੀਂ ਮੋਹਾਲੀ ਵਿੱਚ ਔਡ ਈਵਨ ਬੇਸਿਸ 'ਤੇ ਦੁਕਾਨਾਂ ਨਾਨ ਅਸੈਂਸ਼ੀਅਲ ਵੀ ਖੋਲ੍ਹ ਰਹੇ ਸੀ। 31 ਤਰੀਕ ਤੱਕ ਤਾਂ ਇਹੀ ਔਡਰ ਜਾਰੀ ਰਹਿਣਗੇ। ਉਸ ਤੋਂ ਬਾਅਦ ਜਿਵੇਂ ਵੀ ਪੰਜਾਬ ਸਰਕਾਰ ਹੋਮ ਡਿਪਾਰਟਮੈਂਟ ਵੱਲੋਂ ਆਦੇਸ਼ ਹੋਣਗੇ, ਉਸ ਦੀ ਪਾਲਣਾ ਕੀਤੀ ਜਾਵੇਗੀ। ਕੁਝ ਸਥਿਤੀ ਨੂੰ ਵੀ ਦੁਬਾਰਾ ਉਹਦਾ ਮੁਲਾਂਕਣ ਕਰਕੇ ਫਿਰ ਇਸ 'ਤੇ ਡਿਸੀਜ਼ਨ ਲਿਆ ਜਾਵੇਗਾ। ਮੈਮ ਕੋਵਿਡ ਦੇ ਨਾਲ-ਨਾਲ ਬਲੈਕ ਫੰਗਸ ਦਾ ਜਿਹੜਾ ਅੱਜ-ਕੱਲ੍ਹ ਇੱਕ ਕੰਸਰਨ ਦੇਖਣ ਨੂੰ ਮਿਲ ਰਿਹਾ, ਪੰਜਾਬ ਵੱਲੋਂ ਵੀ ਨੋਟੀਫਾਈ ਕਰ ਦਿੱਤਾ ਗਿਆ ਸੀਗਾ ਐਪੀਡੈਮਿਕ। ਤੇ ਹੁਣ ਬਲੈਕ ਫੰਗਸ ਦੇ ਕੇਸਿਸ ਕਿਉਂਕਿ ਆ ਰਹੇ ਨੇ, ਕਾਫੀ ਵਧੇ ਨੇ, ਸੋ ਇਹਦੇ ਲਈ ਕੋਈ ਐਡਮਿਨਿਸਟ੍ਰੇਸ਼ਨ ਵੱਲੋਂ ਹੌਸਪੀਟਲਸ ਦੇ ਵਿੱਚ ਖਾਸ ਤੌਰ ਤੇ ਕੋਈ ਅਰੇਂਜਮੈਂਟਸ ਕੀਤੇ ਗਏ ਹੋਣ? ਦੇਖिए ਅਸੀਂ ਫਰਾਈਡੇ ਨੂੰ ਆਪਣੇ ਸਿਵਲ ਹਸਪਤਾਲ ਦੇ ਵਿੱਚ ਵੀ ਆਕਸੀਜਨ ਪਾਈਪਸ ਤੇ ਡਕਟਸ ਦੀ ਸੈਂਪਲਿੰਗ ਕਰਾਈ ਹੈ, ਤਾਂ ਕਿ ਕੋਈ ਵੀ ਜੇ ਕੰਟੈਮੀਨੇਸ਼ਨ ਦਾ ਸੋਰਸ ਹੋਵੇ ਉਹਨੂੰ ਪਹਿਲਾਂ ਹੀ ਆਈਡੈਂਟੀਫਾਈ ਕੀਤਾ ਜਾ ਸਕੇ, ਇਸ ਤੋਂ ਪਹਿਲਾਂ ਕਿ ਕੋਈ ਕਿਸੇ ਪੇਸ਼ੈਂਟ ਨੂੰ ਉਹ ਅਫੈਕਟ ਕਰੇ। ਇਸ ਤਰ੍ਹਾਂ ਹੀ ਮੈਡੀਕਲ ਪ੍ਰੋਟੋਕੋਲ ਬੜਾ ਸੈੱਟ ਹੈ। ਇਸ ਬਾਰੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਇਹੀ ਅਪੀਲ ਹੈ ਕਿ ਉਹ ਪਹਿਲਾਂ ਤੋਂ ਹੀ ਆਪਦੇ ਪ੍ਰੀਵੈਂਸ਼ਨ ਮੈਜਰਸ ਅਤੇ ਪ੍ਰੀਕਾਸ਼ਨਸ ਪੂਰੀ ਤਰ੍ਹਾਂ ਰੱਖਣ। ਜਿਵੇਂ ਕਿ ਮੈਡੀਕਲ ਐਕਸਪਰਟਸ ਦਾ ਕਹਿਣਾ ਹੈ ਕਿ ਜਿੱਥੇ ਮੋਇਸਚਰ ਹੁੰਦਾ ਹੈ, ਉੱਥੇ ਕੰਟੈਮੀਨੇਸ਼ਨ ਦੀ ਜ਼ਿਆਦਾ ਉਹਦੇ ਰਿਸਕ ਵੱਧ ਜਾਂਦਾ ਹੈ। ਓਵਰ ਯੂਜ਼ ਆਫ ਸਟੇਰੋਇਡਸ ਦੇ ਨਾਲ ਵੀ ਵੱਧ ਜਾਂਦਾ ਹੈ। ਹੋਮ ਆਈਸੋਲੇਟਿਡ ਪੇਸ਼ੈਂਟਸ ਨੂੰ ਖਾਸ ਤੌਰ 'ਤੇ ਇਹ ਅਪੀਲ ਹੈ ਕਿ ਉਹ ਕਦੇ ਵੀ ਸਟੇਰੋਇਡਸ ਦਾ ਵਰਤਨ ਨਾ ਕਰਨ। ਜਦ ਵੀ ਜੇ ਉਹਨਾਂ ਦੀ ਆਕਸੀਜਨ ਸੈਚੂਰੇਸ਼ਨ ਘਟਦੀ ਹੈ ਤਾਂ ਹਸਪਤਾਲ ਆ ਕੇ ਅੰਡਰ ਮੈਡੀਕਲ ਸੁਪਰਵਿਜ਼ਨ ਹੀ ਸਟੇਰੋਇਡਸ ਦਾ ਸੇਵਨ ਕੀਤਾ ਜਾਵੇ। ਤਾਂ ਇਸ ਦੇ ਨਾਲ ਹੀ ਅਸੀਂ ਇਸ ਬਿਮਾਰੀ ਦੇ ਫੈਲਣ ਤੋਂ ਵੀ ਇਹ ਤੋਂ ਵੀ ਰੋਕ ਪਾ ਸਕਾਂਗੇ। ਮੈਮ ਆਖਰੀ ਸਵਾਲ, ਜਿਹੜੇ ਕੋਵਿਡ ਕੇਸਿਸ ਦੀ ਜੇ ਗੱਲ ਕਰੀਏ, ਪਿਛਲੇ ਦਿਨੀ ਲਗਭਗ 1000 ਦੇ ਅਰਾਊਂਡ ਟੱਚ ਕਰਦਾ ਸੀ ਰੋਜ਼, ਜਿਹੜਾ ਮੋਹਾਲੀ ਡਿਸਟ੍ਰਿਕਟ ਦਾ ਜਿਹੜਾ ਫਿਗਰ ਸੀਗੇ। ਸੋ ਲੋਕਡਾਊਨ ਦੇ ਚੱਲਦੇ ਕੇਸਿਸ 'ਚ ਕਾਫੀ ਡਰੋਪ ਦੇਖਣ ਨੂੰ ਮਿਲਿਆ, ਲਗਭਗ 60% ਦੇ ਨੇੜੇ ਰਹਿ ਗਏ ਨੇ। ਪਰ ਡੈਥਸ ਜਿਹੜੀਆਂ ਨੇ ਜਾਂ ਤਾਂ ਓਨੀਆਂ ਹੀ ਨੇ ਜਾਂ ਇੱਕ ਦੋ ਵੱਧ ਚੁੱਕੀਆਂ ਨੇ। ਲੋਕਾਂ ਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਇਹ ਤਾਂ ਨਹੀਂ ਹੋ ਰਿਹਾ ਕਿ ਜਿਹੜੇ ਕੇਸਿਸ ਨੇ ਉਹ ਅਨਰਿਪੋਰਟਡ ਜ਼ਿਆਦਾ ਜਾ ਰਹੇ ਨੇ, ਲੁਕੋਏ ਜਾ ਰਹੇ ਨੇ। ਲੋਕਾਂ ਦਾ ਇਹ ਮੰਨਣਾ ਹੈ, ਤੁਹਾਡਾ ਕੀ ਮੰਨਣਾ ਇਸ 'ਤੇ? ਦੇਖिए जी ਪਰਸੋਂ ਵੀ ਸਾਡੀ ਮਾਨਯੋਗ ਚੀਫ ਸੈਕਟਰੀ ਮੈਡਮ ਨਾਲ ਵੀਸੀ ਹੋਈ ਹੈ। ਇਕੱਲੇ ਸਾਡੀ ਨਹੀਂ, 22 ਦੇ 22 ਜ਼ਿਲ੍ਹਿਆਂ ਦੀ ਮੀਟਿੰਗ ਹੋਈ ਹੈ। ਉਸ ਵਿੱਚ ਇਹ ਸਵਾਲ ਚੁੱਕਿਆ ਗਿਆ ਸੀ ਕਿ ਕੀ ਅੰਡਰ ਰਿਪੋਰਟਿੰਗ ਕਿਤੇ ਹੈ। ਇਸ 'ਤੇ ਮਾਨਯੋਗ CS ਮੈਡਮ ਨੇ ਬੜੇ ਸਾਫ਼ ਨਿਰਦੇਸ਼ ਸਾਰੇ ਜ਼ਿਲ੍ਹਿਆਂ ਨੂੰ ਇਹੀ ਸੀਗੇ ਕਿ ਅਸੀਂ ਹਮੇਸ਼ਾ ਤੋਂ ਐਬਸੋਲਿਊਟਲੀ ਟਰਾਂਸਪੇਰੈਂਟਲੀ ਕੋਵਿਡ ਨੂੰ ਡੀਲ ਕਰਦੇ ਆਏ ਹੈ। ਪੰਜਾਬ ਦਾ ਜਦੋਂ CFR ਅੱਜ ਵੀ ਅਤੇ ਪਹਿਲਾਂ ਵੀ ਮੈਕਸੀਮਮ ਸੀ ਪੂਰੇ ਦੇਸ਼ ਵਿੱਚ, ਤਾਂ ਉਹ ਅੱਜ ਵੀ ਹੈ। ਉਸ 'ਤੇ ਸਾਨੂੰ ਬੇਸ਼ੱਕ ਵੀ ਆਰ ਡਿਸਅਪੋਇੰਟਡ ਟੂ ਸੀ ਕਿ ਬਈ ਪੰਜਾਬ ਦਾ ਸਭ ਤੋਂ ਵੱਧ ਹੈ, ਲੇਕਿਨ ਉਸ ਫਿਗਰ ਨੂੰ ਟੈਂਪਰ ਕਰਨ ਲਈ ਕਦੇ ਵੀ ਕਿਸੇ ਵੀ ਵੱਲੋਂ ਕਿਸੇ ਪੱਧਰ 'ਤੇ ਨਾ ਸਟੇਟ ਗਵਰਨਮੈਂਟ, ਨਾ ਡਿਸਟ੍ਰਿਕਟ ਗਵਰਨਮੈਂਟ, ਨਾ ਲੋਕਲ ਬਾਡੀ, ਕਿਸੇ ਵੱਲੋਂ ਵੀ ਕਦੇ ਅੰਡਰ ਰਿਪੋਰਟਿੰਗ ਦਾ ਕੋਈ ਅਜਿਹਾ ਕਿਸੇ ਦੇ ਮਨ 'ਚ ਨਹੀਂ ਸੀ, ਨਾ ਕਿਸੇ ਨੇ ਕੁਝ ਕੀਤਾ ਹੈ। ਜੇ ਦੇਖਿਆ ਜਾਵੇ, ਜਦੋਂ 4000 ਸਾਡੇ ਸੈਂਪਲ ਹੁੰਦੇ ਸੀ ਤਾਂ ਕਦੇ ਕੇਸ 2000 ਵੀ ਆਏ ਹੈ, 1700 ਕੇਸ ਆਏ ਹੈ। ਸਾਡੀ ਇੱਕ ਦਿਨ ਪੋਜ਼ੀਟਿਵਿਟੀ 50% ਵੀ ਟੱਚ ਕੀਤੀ ਹੈ। ਲੇਕਿਨ ਅੱਜ ਸਾਰੇ 4000 ਸੈਂਪਲ ਵਿੱਚ 500 ਕੇਸ ਵੀ ਆ ਰਹੇ ਹੈ। ਤਾਂ ਅੰਡਰ ਰਿਪੋਰਟਿੰਗ ਦਾ ਕੋਈ ਸਵਾਲ ਨਹੀਂ ਹੈ। ਅਸੀਂ ਬੜਾ ਟਰਾਂਸਪੇਰੈਂਟਲੀ ਇਸ ਨੂੰ ਡੀਲ ਕਰ ਰਹੇ ਹਾਂ। ਜਿੱਥੇ ਤੱਕ ਡੈਥਸ ਵਧਣ ਦਾ ਸਵਾਲ ਹੈ, ਉਹ ਗੱਲ ਠੀਕ ਹੈ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਪਿਛਲੇ 15 ਦਿਨ ਵਿੱਚ ਸਾਡੇ ਮੈਕਸੀਮਮ ਕੇਸਿਸ ਆਏ ਨੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਦਿਨ ਸਾਡੇ 1600 ਕੇਸ ਵੀ ਟੱਚ ਕੀਤੇ ਹੈ। ਉਸ ਦੇ ਹਿਸਾਬ ਨਾਲ ਜਦੋਂ ਕੇਸਿਸ ਜ਼ਿਆਦਾ ਹੋਣਗੇ ਤਾਂ ਉਹਦੀ ਫੈਟੈਲਿਟੀ ਵੀ ਉਹ 15 ਦਿਨ ਪਹਿਲਾਂ ਦੀ ਚੱਲਦੀ ਹੈ। ਉਹ ਅੱਜ ਜੇ 500 ਕੇਸ ਹੈ ਤਾਂ ਅੱਜ ਦੀ ਡੈਥ ਨੂੰ ਉਸ ਦੇ ਨਾਲ ਨਹੀਂ ਕੰਪੇਅਰ ਕੀਤਾ ਜਾ ਸਕਦਾ। ਜੀ, ਬਹੁਤ-ਬਹੁਤ ਸ਼ੁਕਰੀਆ ਮੈਮ। ਸੋ ਮੋਹਾਲੀ ਦੇ ADC ਦੱਸ ਰਹੇ ਸੀਗੇ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰੀਕੇ ਦੇ ਅਰੇਂਜਮੈਂਟਸ ਲਗਾਤਾਰ ਕੀਤੇ ਜਾ ਰਹੇ ਨੇ, ਤੇ ਚਾਹੇ ਉਹ ਟੈਸਟਿੰਗ ਦੀ ਗੱਲ ਹੋਵੇ ਜਾਂ ਵੈਕਸੀਨੇਸ਼ਨ ਦੀ ਗੱਲ ਹੋਵੇ। ਸੋ ਵੈਕਸੀਨੇਸ਼ਨ ਦੇ ਵਿੱਚ ਵੀ ਮੋਹਾਲੀ ਦੀ ਪ੍ਰਾਪਤੀ ਹੈ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ। ਪੂਰੇ ਸੂਬੇ ਦੇ ਵਿੱਚ ਮੋਹਾਲੀ ਪਹਿਲੇ ਨੰਬਰ 'ਤੇ ਚੱਲ ਰਿਹਾ ਹੈ, ਜੋ ਸਭ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ। ਸੋ ਗਰਾਊਂਡ ਲੈਵਲ 'ਤੇ ਵੀ ਦੇਖਿਆ ਜਾ ਰਿਹਾ, ਜਿਹੜਾ ਕੰਮ ਕੀਤਾ ਜਾ ਰਿਹਾ ਅਫਸਰਾਂ ਵੱਲੋਂ। ਮੋਹਾਲੀ ਦੇ ADC ਵੱਲੋਂ ਵੀ ਪਿਛਲੇ ਦਿਨੀਂ ਜਿਹੜੇ ਹੋਮ ਆਈਸੋਲੇਸ਼ਨ ਵਿੱਚ ਕੋਵਿਡ ਪੇਸ਼ੈਂਟਸ ਨੇ, ਉਹਨਾਂ ਨੂੰ ਵੀ ਜਿਹੜਾ ਘਰ ਘਰ ਜਾ ਕੇ ਉਹਨਾਂ ਨੂੰ ਮਿਲੇ ਸੀਗੇ, ਅਤੇ ਜਿਹੜੀਆਂ
ਕੋਵਿਡ ਕਿਟਸ ਸੀ ਉਹ ਵੀ ਡਿਸਟ੍ਰੀਬਿਊਟ ਕੀਤੀਆਂ ਗਈਆਂ ਸੀ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਜ਼। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।